तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। जप आद सच जुगाद सच है भी सच। नानक होसी भी सच। चतुर दिशा कीनो बल अपना सिर ऊपर कर तारियो। कृपा कटाख अवलोकन की नाम दास का दुख विदारियो। हर जन राखे गुर गोविंद। कंठ लाए अवगुण सब मेटे दयाल पुरख बख्शिंद। जो मांग हे ठाकुर अपने ते सोई सोई देवै। नानक दास मुख ते जो बोलै इहा ऊहा सच होवै। वाहिगुरु जी का खालसा वाहिगुरु जी की फतेह। परम सन्मानयोग जुगो जुग अटल तख्त चौर छत्र दे मालिक सतगुरु श्री गुरु ग्रंथ ਸਾਹਿਬ महाराज पातशाह जी ਦੀ पावन 400 ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਸਿੱਖ ਚੈਨਲ ਯੂਕੇ ਵੱਲੋਂ ਦੇਸ਼ ਵਿਦੇਸ਼ ਦੇ ਅੰਦਰ ਬੈਠੀ ਹੋਈ ਸੰਗਤ ਦੇ ਸਹਿਯੋਗ ਦੇ ਨਾਲ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਦੀ ਵਿਸਥਾਰ ਸਹਿਤ ਆਪ ਜੀ ਵਿਚਾਰ ਸਰਵਨ ਕਰ ਰਹੇ ਹੋ। ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਨ ਕੀਤਾ ਸੀ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਪਿਤਾ ਮੀਰੀ ਪੀਰੀ ਦੇ ਮਾਲਕ ਵੱਡ ਯੋਧਾ ਬਹੁ ਪਰ ਉਪਕਾਰੀ ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜੰਗਾਂ ਲੜਦਿਆਂ ਹੋਇਆਂ ਤੱਕਿਆ। 2 ਜੰਗਾਂ ਨੂੰ ਸਤਿਗੁਰੂ ਮਹਾਰਾਜ ਨੇ ਨੇੜਿਓਂ ਹੋ ਕੇ ਦੇਖਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ, ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਇਹਨਾਂ ਦੇ ਸੰਸਾਰਿਕ ਯਾਤਰਾ ਸੰਪੂਰਨ ਕਰਨ ਤੋਂ ਬਾਅਦ
ਅੰਤਮ ਯਾਤਰਾ ਜਿਹੜੀਆਂ ਸੀ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤੱਕ ਕੇ ਤੇ ਉਹਦੇ ਵਿੱਚੋਂ ਵੀ ਆਤਮਿਕ ਸੋਝੀ ਪ੍ਰਾਪਤ ਕੀਤੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਥਾਣਾ ਦੇ ਅਸਥਾਨ ਤੇ ਮਹਾਰਾਜ ਨੇ ਤੀਸਰੀ ਜੰਗ ਕੀਤੀ ਹੈ। ਇਸ ਤੋਂ ਉਪਰੰਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਸਾਈ ਹੋਈ ਨਗਰੀ ਕਰਤਾਰਪੁਰ ਸਾਹਿਬ, 2 ਕਰਤਾਰਪੁਰ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਵਸਾਏ ਗਏ। ਇੱਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਆਪਣੇ ਅੰਤਮ ਸਮੇਂ ਜਿਸ ਨਗਰ ਨੂੰ ਵਸਾਇਆ, ਰਾਵੀ ਦੇ ਕੰਢੇ ਤੇ ਉਹ ਨਗਰ ਕਰਤਾਰਪੁਰ, ਜਿਹੜਾ ਅੱਜ ਸਾਡੇ ਕੋਲ ਨਹੀਂ, ਅੱਜ ਪਾਕਿਸਤਾਨ ਦੀ ਧਰਤੀ ਤੇ ਉੱਤੇ ਹੈ। ਦੂਸਰਾ ਕਰਤਾਰਪੁਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਆਪਣੀ ਹਯਾਤੀ ਦੇ ਅੰਦਰ ਵਸਾਉਣਾ ਕੀਤਾ। ਇਤਿਹਾਸ ਦੇ ਵਿੱਚ ਮਿਲਦਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਜਿਸ ਵੇਲੇ ਦੁਆਬੇ ਦੀ ਧਰਤੀ ਤੇ ਗਏ ਨੇ, ਕਿਉਂਕਿ ਇਹ ਕਰਤਾਰਪੁਰ ਜਦੋਂ ਤੁਸੀਂ ਜਲੰਧਰ ਜਾਂਦੇ ਹੋ, ਪੰਜਾਬ ਦੀ ਧਰਤੀ ਤੇ ਜਲੰਧਰ ਦੇ ਕੋਲ ਇੱਕ ਕਰਤਾਰਪੁਰ ਨਗਰ ਹੈ। ਸਤਿਗੁਰੂ ਮਹਾਰਾਜ ਜੀ ਦੁਆਬੇ ਦੇ ਵਿੱਚ ਜਿਸ ਵੇਲੇ ਗਏ ਤੇ ਮਹਾਰਾਜ ਨੇ ਇਸ ਜਗ੍ਹਾ ਦੇ ਉੱਪਰ ਜਾ ਕਰਕੇ ਤੇ ਨਗਰ ਵਸਾਉਣ ਦੀ ਜਿਹੜੀ ਸੀ ਇੱਛਾ ਪ੍ਰਗਟ ਕੀਤੀ। ਲੋਕਾਂ ਵੱਲੋਂ ਜ਼ਮੀਨ ਵੀ ਭੇਟ ਕੀਤੀ ਗਈ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਜਿੱਥੇ ਗੁਰਦੁਆਰਾ ਅੱਜ ਥੰਮ ਜੀ ਸਾਹਿਬ ਹੈ, ਉਸ ਅਸਥਾਨ ਦੇ ਉੱਪਰ ਥੰਮੀ ਗੱਡਣੀ ਸੀ, ਉੱਥੇ ਨਿਵਾਸ ਅਸਥਾਨ ਬਣਾਉਣਾ ਸੀ। ਮਹਾਰਾਜ ਜੀ ਨੇ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਕੋਈ ਬਹੁਤ ਵੱਡੀ ਲੱਕੜੀ ਉਹਦਾ ਥੰਮ ਬਣਾਇਆ ਜਾਵੇ ਤੇ ਉਹ ਇਲਾਕੇ ਦੇ ਵਿੱਚ ਲੱਭ ਕੇ ਲੈ ਕੇ ਆਓ। ਬਹੁਤ ਜਗ੍ਹਾ ਦੇ ਉੱਤੇ ਜਿਹੜਾ ਸੀ ਉਹ ਲੱਕੜ ਲੱਭਣ ਦਾ ਯਤਨ ਕੀਤਾ, ਪਰ ਉਨੀ ਵੱਡੀ ਮੋਟੀ ਜਿਸ ਤਰੀਕੇ ਦੀ ਉਹ ਕਾਰੀਗਰਾਂ ਨੇ ਲੱਕੜ ਦੱਸੀ ਸੀ ਉਹ ਪ੍ਰਾਪਤ ਨਾ ਹੋਈ। ਅਖੀਰ ਤੇ ਸਿੱਖਾਂ ਨੂੰ ਪਤਾ ਲੱਗਿਆ ਕਿ ਇਸੇ ਹੀ ਇਲਾਕੇ ਦੇ ਵਿੱਚ ਇੱਕ ਜਗ੍ਹਾ ਬਹੁਤ ਵੱਡੀ ਟਾਹਲੀ ਦਾ ਰੁੱਖ ਹੈ, ਪਰ ਲੋਕ ਉਸ ਦੀ ਪੂਜਾ ਬਹੁਤ ਕਰਦੇ ਨੇ, ਉਹਨੂੰ ਕੋਈ ਵੱਢਣ ਦਾ ਯਤਨ ਨਹੀਂ ਕਰਦਾ, ਡਰਦੇ ਉਹਦੇ ਕੋਲ ਨਹੀਂ ਕੋਈ ਜਾਂਦਾ, ਪਰ ਉਹਦੀ ਪੂਜਾ ਜ਼ਰੂਰ ਹੁੰਦੀ ਹੈ। ਸਿੱਖ ਜਦੋਂ ਸਤਿਗੁਰੂ ਮਹਾਰਾਜ ਜੀ ਨੂੰ ਆ ਕੇ ਦੱਸਿਆ, ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਉਹ ਕਿਹਾ, ਹੁਕਮ ਦੇ ਦਿੱਤਾ ਕਿ ਉਹ ਟਾਹਲੀ ਵੱਢ ਕੇ ਲਿਆਂਦੀ ਜਾਵੇ। ਸਿੱਖ ਗੱਡਿਆਂ ਦੇ ਪ੍ਰਬੰਧ ਕਰਕੇ ਉਹ ਟਾਹਲੀ ਵੱਢਣ ਵਾਸਤੇ ਜਿਸ ਵੇਲੇ ਗਏ ਤੇ ਉਸ ਟਾਹਲੀ ਦੇ ਵਿੱਚੋਂ, ਉਸ ਦਰਖਤ ਦੇ ਵਿੱਚੋਂ ਆਵਾਜ਼ ਆਈ ਸੀ ਕਿ ਮੈਂ ਸੁਣਿਆ ਕਿ ਗੁਰੂ ਨਾਨਕ ਦਾ ਘਰ ਲੋਕਾਂ ਦੇ ਘਰ ਵਸਾਉਂਦਾ ਹੈ, ਉਜਾੜਦਾ ਨਹੀਂ। ਅੱਜ ਤੁਸੀਂ ਗੁਰੂ ਦੇ ਹੁਕਮ ਤੇ ਮੇਰਾ ਘਰ ਉਜਾੜਨ ਵਾਸਤੇ ਕਿਉਂ ਆਏ ਹੋ? ਸਿੱਖ ਜਿਹੜੇ ਸੀ ਉਹ ਹੈਰਾਨ ਹੋਏ। ਆ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕੀਤੀ। ਮਹਾਰਾਜ ਉਸ ਟਾਹਲੀ ਦੇ ਵਿੱਚੋਂ ਤੇ ਇਸ ਤਰ੍ਹਾਂ ਦੀ ਆਵਾਜ਼ ਆਈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਫਿਰ ਆਪ ਗਏ। ਉੱਥੇ ਜਾ ਕੇ ਜਦੋਂ ਦੁਬਾਰਾ ਫਿਰ ਆਵਾਜ਼ ਆਈ ਤੇ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਕਿਹਾ ਕਿ ਦੇਖ, ਅਸੀਂ ਇੱਕ ਤਾਂ ਤੇਰਾ ਉਧਾਰ ਕਰਾਂਗੇ ਤੇ ਦੂਸਰਾ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿੰਨੀ ਤੇਰੀ ਪ੍ਰਾਨ ਪ੍ਰਤਿਸ਼ਠਾ ਇੱਥੇ ਹੈ, ਇਹਦੇ ਤੋਂ ਜ਼ਿਆਦਾ ਸਾਡੇ ਘਰ ਦੇ ਵਿੱਚ ਤੇਰੀ ਹੋਵੇਗੀ। ਸਤਿਗੁਰੂ ਮਹਾਰਾਜ ਜੀ ਦਾ ਹੁਕਮ ਮੰਨਿਆ, ਆਵਾਜ਼ ਸ਼ਾਂਤ ਹੋਈ। ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕੀਤਾ, ਉਹ ਟਾਹਲੀ ਵੱਢੀ ਗਈ। ਟਾਹਲੀ ਵੱਢਣ ਤੋਂ ਬਾਅਦ ਵਿੱਚ ਸਿੱਖ ਜਿਹੜੇ ਸੀ ਉਹ ਟਾਹਲੀ ਲੈ ਕਰਕੇ ਆਏ। ਜਿੱਥੇ ਗੁਰਦੁਆਰਾ ਥੰਮ ਜੀ ਸਾਹਿਬ ਹੈ ਉੱਥੇ ਉਹ ਟਾਹਲੀ ਗੱਡੀ ਗਈ। ਕਾਰੀਗਰ ਕਹਿਣ ਕਿ ਇਹ ਥੰਮ ਅਜੇ ਵੀ ਕੁਝ ਇੰਚ ਛੋਟਾ ਹੈ, ਪਰ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਵਾਪਰੀ। ਉੱਥੇ ਉਹ ਥੰਮ ਜਿਹੜਾ ਸੀ ਛੋਟਾ ਹੋਣ ਤੋਂ ਬਾਵਜੂਦ ਵੀ ਉਹ ਥੰਮ ਉੱਥੇ ਪੂਰਾ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਫਿਰ ਉਹ ਸਤਿਗੁਰੂ ਜੀ ਨੇ ਇਸ ਨਗਰ ਨੂੰ ਵਸਾਇਆ ਤੇ ਨਾਮ ਰੱਖਿਆ ਗਿਆ ਕਰਤਾਰਪੁਰ ਸਾਹਿਬ। ਸਤਿਗੁਰੂ ਮਹਾਰਾਜ ਇਸ ਨਗਰ ਨੂੰ ਵਸਾਉਣ ਤੋਂ ਬਾਅਦ ਵਿੱਚ ਸਤਿਗੁਰੂ ਮਹਾਰਾਜ ਨੇ ਵੱਖ-ਵੱਖ ਥਾਵਾਂ ਤੇ ਨਗਰ ਵਸਾਏ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਫਿਰ ਸਨ 1632 ਨੂੰ 1621 ਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਹੈ ਤੇ 1632 ਭਾਵ ਕਿ 11 ਸਾਲ ਦੀ ਸਰੀਰਕ ਉਮਰ ਹੈ ਗੁਰੂ ਤੇਗ ਬਹਾਦਰ ਜੀ ਦੀ। ਮਹਾਰਾਜ ਪਰਿਵਾਰ ਸਮੇਤ, ਮਹਿਲਾਂ ਸਮੇਤ, ਆਪਣੀ ਸੰਤਾਨ ਸਪੁੱਤਰਾਂ ਦੇ ਸਮੇਤ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਜਾ ਕੇ ਟਿਕਾਣਾ ਜਿਹੜਾ ਸੀ ਉਹ ਕਰਤਾਰਪੁਰ ਦੀ ਧਰਤੀ ਤੇ ਕਰਨਾ ਕੀਤਾ। ਮਹਾਰਾਜ ਉੱਥੇ ਜਾਂਦੇ ਨੇ ਤੇ ਟਿਕਾਣਾ ਕਰਨ ਤੋਂ ਬਾਅਦ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਰਹੇ ਤੇ ਮਹਾਰਾਜ ਜੀ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਰਿਸ਼ਤਾ ਜਿਹੜਾ ਸੀ ਭਾਈ ਲਾਲ ਚੰਦ
ਮਾਤਾ ਬਿਸ਼ਨ ਕੌਰ ਜੀ ਦੀ ਸਪੁੱਤਰੀ ਮਾਤਾ ਗੁਜਰੀ ਦੀ ਸਤਿਕਾਰਯੋਗ ਸਾਡੇ ਮਾਤਾ ਗੁਜਰੀ ਜੀ ਦੇ ਨਾਲ ਕਰਨਾ ਕੀਤਾ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਰਿਸ਼ਤਾ ਕੀਤਾ, ਵਿਆਹ ਆਨੰਦ ਕਾਰਜ ਉਸ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹੋਇਆ। ਅੱਜ ਵੀ ਜਦੋਂ ਤੁਸੀਂ ਕਰਤਾਰਪੁਰ ਸਾਹਿਬ ਜਾਓ ਤੇ ਉਸ ਧਰਤੀ ਦੇ ਉੱਤੇ ਮਾਤਾ ਜੀ ਦਾ ਉਹ ਘਰ ਹੈ ਜਿੱਥੇ ਮਾਤਾ ਗੁਜਰੀ ਜੀ ਦਾ ਪ੍ਰਕਾਸ਼ ਹੋਇਆ ਹੈ। ਮਾਤਾ ਗੁਜਰੀ ਜੀ ਉਹ ਸਿੱਖ ਇਸਤਰੀ ਹੈ, ਉਹ ਗੁਰੂ ਇਸਤਰੀ ਹੈ ਜਿਹੜੇ ਆਪ ਵੀ ਸ਼ਹੀਦ ਨੇ, ਜਿਨ੍ਹਾਂ ਦਾ ਪਤੀ ਵੀ ਸ਼ਹੀਦ ਹੈ, ਜਿਨ੍ਹਾਂ ਦਾ ਪੁੱਤਰ ਵੀ ਸ਼ਹੀਦ ਹੈ, ਜਿਨ੍ਹਾਂ ਦੇ 4 ਪੋਤਰੇ ਵੀ ਸ਼ਹੀਦ ਨੇ, ਜਿਨ੍ਹਾਂ ਦੇ ਨਨਾਣ ਦੇ 5 ਪੁੱਤਰ ਵੀ ਸ਼ਹੀਦ ਨੇ, ਜਿਨ੍ਹਾਂ ਦਾ ਭਰਾ ਵੀ ਸ਼ਹੀਦ ਹੈ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦਾ ਫਿਰ 11 ਸਾਲ ਦੀ ਆਰਬਲਾ ਦੇ ਅੰਦਰ ਮਾਤਾ ਗੁਜਰੀ ਜੀ ਦੇ ਨਾਲ ਆਨੰਦ ਕਾਰਜ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹੋਇਆ। ਇਤਿਹਾਸ ਕਹਿੰਦਾ ਹੈ ਕਿ ਸਤਿਗੁਰ ਮਹਾਰਾਜ ਪਾਤਸ਼ਾਹ ਕੁਝ ਸਮਾਂ ਉੱਥੇ ਟਿਕੇ ਤੇ ਜਿਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸਰੀਰਕ ਉਮਰ 13 ਸਾਲ ਦੀ ਸੀ, ਉਧਰੋਂ ਗੁਰੂ ਘਰ ਦੇ ਵਿੱਚ ਹੀ ਪਲਿਆ ਹੋਇਆ ਪੈਂਦੇ ਖਾਂ ਜਿਹੜਾ ਕੁਝ ਗੱਲਾਂ ਕਰਕੇ ਸਤਿਗੁਰ ਮਹਾਰਾਜ ਜੀ ਤੋਂ ਨਾਰਾਜ਼ ਹੋਇਆ, ਸਤਿਗੁਰ ਮਹਾਰਾਜ ਜੀ ਦੇ ਵਿਰੋਧ ਕਰਨਾ ਸ਼ੁਰੂ ਕੀਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਤੇ ਜਲੰਧਰ ਦੇ ਸੂਬੇਦਾਰ ਨੂੰ ਫੌਜ ਦੇ ਸਮੇਤ ਚੜਾ ਕੇ ਲੈ ਆਇਆ। ਇਸ ਧਰਤੀ ਦੇ ਉੱਤੇ ਅੱਜ ਜਿੱਥੇ ਗੁਰਦੁਆਰਾ ਗੰਗਸਰ ਸਾਹਿਬ ਹੈ, ਇਸ ਅਸਥਾਨ ਦੇ ਨੇੜੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਉਹਨੇ ਪੈਂਦੇ ਖਾਂ ਨੇ ਜੰਗ ਕੀਤੀ। ਪੈਂਦੇ ਖਾਂ ਜਿਹੜਾ ਸੀ ਬਹੁਤ ਬਲਵਾਨ ਸੀ ਸਰੀਰਕ ਤੌਰ ਤੇ ਇਹਦੇ 'ਚ ਤਾਕਤ ਇੰਨੀ ਸੀ ਕਿ ਘੋੜੇ ਦੇ ਉੱਤੇ ਸਵਾਰ ਹੋਏ ਇਨਸਾਨ ਨੂੰ ਘੋੜੇ ਸਮੇਤ ਚੁੱਕ ਕੇ ਸੁੱਟ ਲੈਂਦਾ ਸੀ। ਤੇ ਸਤਿਗੁਰੂ ਮਹਾਰਾਜ ਕਹਿੰਦੇ ਹੁੰਦੇ ਸੀ ਕਿ ਪੈਂਦੇ ਖਾਂ ਤੂੰ ਬਹੁਤ ਬਲਵਾਨ, ਤੇਰੇ ਵਰਗਾ ਬਲਵਾਨ ਕੋਈ ਨਹੀਂ। ਪਹਿਲੀ ਜੰਗ ਅੰਮ੍ਰਿਤਸਰ ਦੇ ਅੰਦਰ ਪੈਂਦੇ ਖਾਂ ਨੇ ਬਹੁਤ ਦੁਸ਼ਮਣ ਦੇ ਆਹੂ ਲਾਏ, ਧੜਥੱਲੀ ਜਿਹੜੀ ਸੀ ਉਸ ਜੰਗ ਦੇ ਵਿੱਚ ਮਚਾ ਦਿੱਤੀ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਇਹਨੇ ਲਲਕਾਰਿਆ, ਜੰਗ ਹੋਈ, ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਹਨੇ ਕਿਹਾ ਸੀ, ਕਹਿੰਦੇ ਕਿਉਂ ਨਾ ਆਪਾਂ ਸਿੱਧੀ ਟੱਕਰ ਲਈਏ, ਤੀਰਾਂ ਨੂੰ ਛੱਡ ਕੇ ਆਓ, ਮੇਰੇ ਨਾਲ ਸਿੱਧਾ ਯੁੱਧ ਕਿਉਂ ਨਹੀਂ ਕਰਦੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਿਰ ਤੀਰ ਕਮਾਨ ਪਾਸੇ ਰੱਖੇ ਤੇ ਘੋੜਾ ਜਿਹੜਾ ਸੀ ਉਹ ਜੰਗ ਦੇ ਮੈਦਾਨ ਦੇ ਵਿੱਚ ਲੈ ਕੇ ਆਂਦਾ। ਪੈਂਦੇ ਖਾਂ ਨੇ ਸਤਿਗੁਰੂ ਮਹਾਰਾਜ ਤੇ ਤਲਵਾਰ ਦੇ ਨਾਲ ਵਾਰ ਕੀਤਾ। ਮਹਾਰਾਜ ਨੇ ਪਹਿਲਾ ਵਾਰ ਜਿਹੜਾ ਸੀ ਉਹ ਆਪਣੇ ਢਾਲ ਦੇ ਨਾਲ ਰੋਕਿਆ। ਦੂਸਰਾ ਵਾਰ ਜਿਹੜਾ ਸੀ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਪੈਰ ਦੀ ਘੋੜੇ ਦੀ ਰਕਾਬ ਜਿਹੜੀ ਸੀ ਉਹਦੇ ਨਾਲ ਰੋਕ ਲਿਆ ਤੇ ਜਦੋਂ ਇਹਦੀ ਕੁਛ ਵੀ ਪੇਸ਼ ਨਾ ਗਈ ਤੇ ਇਹਨੇ ਆਪਣਾ ਜਿਹੜਾ ਪੈਂਤਰਾ ਜਿੰਦੇ ਵਿੱਚ ਇਹ ਮਾਹਰ ਸੀ ਕਿ ਘੋੜੇ ਸਨੇ ਜਵਾਨ ਨੂੰ ਥੱਲੇ ਸੁੱਟਣਾ, ਇਹ ਦਵਾ ਦਵ ਘੋੜੇ ਤੋਂ ਥੱਲੇ ਉਤਰਿਆ। ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘੋੜੇ ਥੱਲੇ ਜਾ ਕੇ ਇਹਨੇ ਘੋੜੇ ਨੂੰ ਚੁੱਕ ਕੇ ਸੁੱਟਣ ਦਾ ਯਤਨ ਕੀਤਾ, ਪਰ ਕੋਸ਼ਿਸ਼ ਇਹਦੀ ਅਸਫਲ ਹੋ ਗਈ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਭਾਰੀ ਗੁਰ ਭਾਰੀ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਪੈਂਦੇ ਖਾਂ ਦੇ ਸਿਰ ਦੇ ਵਿੱਚ ਢਾਲ ਦਾ ਵਾਰ ਕੀਤਾ ਤੇ ਪੈਂਦੇ ਖਾਂ ਬੇਸੁਰਤ ਹੋ ਕੇ ਧਰਤੀ ਤੇ ਡਿੱਗਿਆ। ਪੈਂਦੇ ਸਤਿਗੁਰੂ ਮਹਾਰਾਜ ਘੋੜੇ ਤੋਂ ਥੱਲੇ ਉਤਰ ਕੇ ਆਏ, ਪੈਂਦੇ ਖਾਂ ਹੋਸ਼ ਦੇ ਵਿੱਚ ਥੋੜਾ ਆਇਆ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜੇ, ਆਪਣੇ ਕੀਤੇ ਦੀ ਖਿਮਾ ਮੰਗੀ ਤੇ ਸਤਿਗੁਰੂ ਮਹਾਰਾਜ ਨੇ ਕਿਹਾ ਸੀ, ਪੈਂਦੇ ਖਾਂ ਹੁਣ ਇਹ ਸਮਾਂ ਗਲਤੀਆਂ ਮੰਨਣ ਦਾ ਨਹੀਂ, ਇਹ ਕਲਮਾ ਪੜ੍ਹਨ ਦਾ ਸਮਾਂ ਹੈ, ਕਲਮਾ ਪੜ੍ਹ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਉਸ ਵੇਲੇ ਪੈਂਦੇ ਖਾਂ ਨੇ ਇਹ ਗੱਲ ਕਹੀ ਸੀ, ਸਤਿਗੁਰੂ ਮਹਾਰਾਜ ਜਿਹਨੂੰ ਤੁਸੀਂ ਬਖਸ਼ ਦਿੱਤਾ ਉਹਨੂੰ ਕੋਈ ਦੂਸਰੇ ਕਲਮੇ ਪੜ੍ਹਨ ਦੀ ਲੋੜ ਨਹੀਂ। ਇਸੇ ਹੀ ਚੌਥੀ ਜੰਗ ਦੇ ਅੰਦਰ ਇੱਕ ਸਮਕਾਲੀ ਉਸ ਵੇਲੇ ਦਾ ਲਿਖਾਰੀ ਹੋਇਆ ਹੈ ਮੋਹਸਨ ਫਾਨੀ, ਉਹਨੇ ਕਿਹਾ ਸੀ ਕਿ ਕਮਾਲ ਦੀ ਗੱਲ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੰਗ ਦੇ ਮੈਦਾਨ ਦੇ ਵਿੱਚ ਵੀ ਕਿਸੇ ਨੂੰ ਜੀਵਨ ਕਮਾਉਣ ਦਾ ਉਹਨੂੰ ਉਪਦੇਸ਼ ਬਖਸ਼ਿਸ਼ ਕਰਦੇ ਪਏ ਨੇ। ਇਸੇ ਜੰਗ ਦੇ ਅੰਦਰ ਚੌਥੀ ਜੰਗ ਕਰਤਾਰਪੁਰ ਸਾਹਿਬ ਦੀ ਹੈ। ਇਸ ਜੰਗ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ 13 ਸਾਲ ਦੀ ਉਮਰ ਦੇ ਵਿੱਚ ਕਿਰਪਾਨ ਚਲਾਈ। ਸਤਿਗੁਰੂ ਮਹਾਰਾਜ ਸਾਰਾ ਦਿਨ ਉਸ ਜੰਗ ਦੇ ਵਿੱਚ ਜੂਝਿਆ ਹੈ। ਮਾਤਾ ਨਾਨਕੀ ਜੀ ਨੇ ਸੁਨੇਹਾ ਭੇਜਿਆ ਸੀ ਮੈਦਾਨੇ ਜੰਗ ਦੇ ਵਿੱਚ ਕਿ ਪੁੱਤਰ ਤੇਗ ਬਹਾਦਰ ਤੁਸੀਂ ਛੋਟੇ ਹੋ, ਵਾਪਸ ਆ ਜਾਓ, ਬਹੁਤ ਚਿਰ ਤੁਸੀਂ ਜੰਗ ਕਰ ਲਈ। ਕਿਉਂਕਿ ਇਹ ਜੰਗ ਜਿਹੜੀ ਸੀ ਗੁਰੂ ਮਹਿਲਾ ਨੇ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸੁਪਤਨੀ ਮਾਤਾ ਗੁਜਰੀ, ਸਾਰੇ ਪਰਿਵਾਰ ਨੇ ਜਿਹੜਾ ਸੀ ਉੱਤੇ ਚੁਬਾਰਿਆਂ ਤੇ ਖੜੇ ਹੋ ਕਰਕੇ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਜੰਗ ਦੇਖੀ। ਔਰ ਇਸ ਜੰਗ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਰਪਾਨ ਦੇ ਤਲਵਾਰ ਦੇ ਜਦੋਂ ਜ਼ੋਰ ਦਿਖਾਏ ਤੇ ਸਤਿਗੁਰੂ ਮਹਾਰਾਜ ਜੀ ਦੇ ਜ਼ੋਰ ਦੇਖ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਸੀ
ਤੂੰ ਤਿਆਗ ਮਲ ਨਹੀਂ, ਤੂੰ ਤੇ ਤੇਗ ਬਹਾਦਰ ਹੈ। ਇਤਿਹਾਸ ਦੇ ਵਿੱਚ ਕੱਲੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਿਨ੍ਹਾਂ ਦਾ ਨਾਮ ਜਿਹੜਾ ਹੈ ਅਰਬੀ ਫਾਰਸੀ ਦੇ ਅੱਖਰਾਂ ਦੇ ਉੱਪਰ ਹੈ। ਤੇਗ ਵੀ ਅਰਬੀ ਫਾਰਸੀ ਦੇ ਅੱਖਰ ਨੇ, ਸ਼ਬਦ ਨੇ, ਤੇ ਬਹਾਦਰ ਜਿਹੜਾ ਹੈ ਇਹ ਵੀ ਅਰਬੀ ਫਾਰਸੀ ਦੇ ਨੇ। ਕੱਲੇ ਗੁਰੂ ਤੇਗ ਬਹਾਦਰ ਮਹਾਰਾਜ ਹਨ ਜਿਨ੍ਹਾਂ ਦਾ ਪ੍ਰਕਾਸ਼ ਅੰਮ੍ਰਿਤਸਰ ਦੀ ਧਰਤੀ ਤੇ ਹੋਇਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਭਾਵੇਂ ਜ਼ਿਲ੍ਹਾ ਉਹੀ ਹੈ, ਪਰ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਅੰਮ੍ਰਿਤਸਰ ਨਹੀਂ ਹੋਇਆ। ਗੁਰੂ ਅਮਰਦਾਸ ਮਹਾਰਾਜ ਜੀ ਦਾ ਜ਼ਿਲ੍ਹਾ ਵੀ ਭਾਵੇਂ ਅੰਮ੍ਰਿਤਸਰ ਸੀ, ਪਰ ਜਿਹੜਾ ਪ੍ਰਕਾਸ਼ ਅੰਮ੍ਰਿਤਸਰ ਦੀ ਧਰਤੀ ਤੇ ਨਹੀਂ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਸੁਨੇਹਾ ਮਾਤਾ ਨਾਨਕੀ ਜੀ ਦਾ ਪ੍ਰਾਪਤ ਹੋਇਆ, ਉਸ ਵੇਲੇ ਮਾਤਾ ਨਾਨਕੀ ਜੀ ਨੇ ਜਿਹੜਾ ਸੀ ਸੁਨੇਹਾ ਭੇਜਿਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵਾਪਸ ਸੁਨੇਹਾ ਭੇਜ ਦਿੱਤਾ ਸੀ। ਕਹਿਣ ਲੱਗੇ ਕਿ ਸੂਰਮਾ ਜਿਹੜਾ ਹੁੰਦਾ ਹੈ ਉਹ ਮੈਦਾਨ ਦੇ ਜੰਗ ਨੂੰ, ਪੱਖੇ ਹੋਏ ਜੰਗ ਨੂੰ ਛੱਡ ਕੇ ਕਦੀ ਵਾਪਸ ਨਹੀਂ ਆਉਂਦਾ। ਸੂਰਮੇ ਦੇ ਦੋ ਹੀ ਕੰਮ ਨੇ, ਜਾਂ ਤੇ ਉਹ ਆਪਣੇ ਲੜਦਿਆਂ ਹੋਇਆਂ ਪ੍ਰਾਣ ਤਿਆਗ ਦੇ, ਤੇ ਜਾਂ ਫਿਰ ਜਿੱਤ ਕਰਕੇ ਪਰਤ ਕੇ ਵਾਪਸ ਆਉਂਦਾ ਹੈ। ਇਹਨਾਂ ਸੁਨੇਹਾ ਭੇਜ ਦਿੱਤਾ। ਇੱਕ ਜਿਸ ਵੇਲੇ ਸਤਿਗੁਰੂ ਮਹਾਰਾਜ ਜੀ ਦਾ ਵਿਆਹ ਮਾਤਾ ਗੁਜਰੀ ਜੀ ਦੇ ਨਾਲ ਹੋਇਆ ਸੀ, ਉਸ ਵੇਲੇ ਪਿਤਾ ਲਾਲ ਚੰਦ ਨੇ ਕਿਹਾ ਕਿ ਨਹਿ ਸਰਿਓ ਕਛੂ ਟਿਗ ਮੋਰ। ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ, ਆਪ ਸਮਰੱਥ ਹੋ, ਆਪ ਗੁਰੂ ਹੋ, ਆਪ ਜੀ ਦੇ ਨਾਲ ਬੇਅੰਤ ਸੰਗਤਾਂ ਇੱਥੇ ਇਸ ਨਗਰ ਦੇ ਵਿੱਚ ਪਹੁੰਚੀਆਂ। ਆਪ ਜੀ ਨੇ ਮੈਨੂੰ ਗਰੀਬ ਨੂੰ ਕਿਰਪਾ ਕੀਤੀ, ਮੇਰੇ ਉੱਪਰ, ਮੇਰੀ ਬੱਚੀ ਨੂੰ ਆਪਣੇ ਘਰ ਦੇ ਵਿੱਚ ਪ੍ਰਵਾਨ ਕੀਤਾ। ਮਹਾਰਾਜ ਇਹ ਮੇਰੇ ਵੱਡੇ ਭਾਗ ਨੇ, ਇਹ ਮੇਰੇ ਵੱਡੇ ਕਰਮ ਨੇ, ਪਰ ਸਤਿਗੁਰੂ ਮਹਾਰਾਜ ਨਹਿ ਸਰਿਓ ਕਛੂ ਟਿਗ ਮੋਰ। ਮਹਾਰਾਜ ਮੇਰੇ ਤੋਂ ਆਪ ਜੀ ਦੀ ਪੂਰੀ ਸੇਵਾ ਨਹੀਂ ਕੀਤੀ ਗਈ। ਮੇਥੋਂ ਆਪ ਸੰਗਤ ਦੀ ਜਿਹੜੀ ਸੀ, ਆਪ ਜੀ ਦੇ ਨਾਲ ਸਿੱਖ ਸੰਗਤ ਆਈ, ਮੈਂ ਉਹਨਾਂ ਦੀ ਸੇਵਾ ਵੀ ਚੰਗੀ ਤਰ੍ਹਾਂ ਨਹੀਂ ਕਰ ਸਕਿਆ। ਹੱਥ ਜੋੜ ਕੇ ਖੜੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜੇ ਬਚਨ ਉੱਥੇ ਕਹੇ, ਜੇ ਅੱਜ ਅਸੀਂ ਉਹਨੂੰ ਕਮਾ ਲਈਏ, ਅੱਜ ਅਸੀਂ ਇਹਨਾਂ ਬਚਨਾਂ ਨੂੰ ਸਮਝ ਜਾਈਏ, ਤੇ ਹੋ ਸਕਦਾ ਹੈ ਕਿ ਸਾਡੇ ਜੀਵਨ ਦੇ ਵਿੱਚ ਇੱਕ ਬੜਾ ਵੱਡਾ ਕੋੜ ਨਿਕਲ ਜਾਵੇ। ਅੱਜ ਅਸੀਂ ਥਾਂ ਥਾਂ 'ਤੇ ਦੇਖਦੇ ਹਾਂ ਕਿ ਦਾਜ ਦੇ ਕਰਕੇ ਜਿਹੜਾ ਧੀਆਂ ਨੂੰ ਬਲੀ ਚੜਾ ਦਿੱਤਾ ਜਾਂਦਾ ਹੈ, ਉਹਨਾਂ ਦੇ ਕਤਲ ਹੋ ਜਾਂਦੇ ਨੇ, ਉਹਨਾਂ ਨੂੰ ਜਿਉਂਦਿਆਂ ਸਾੜ ਦਿੱਤਾ ਜਾਂਦਾ ਹੈ, ਕਈ ਤਰੀਕੇ, ਕਈ ਤਸੀਹੇ ਦੇ ਕੇ ਮਾਰਿਆ ਜਾਂਦਾ ਹੈ। ਪਰ ਜਿਹੜੇ ਬਚਨ ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਮਾਤਾ ਗੁਜਰੀ ਜੀ ਦੇ ਪਿਤਾ ਲਾਲ ਚੰਦ ਜੀ ਨੂੰ ਕਹੇ, ਜੇ ਉਹਨਾਂ ਬਚਨਾਂ ਨੂੰ ਅਸੀਂ ਕਮਾ ਲਈਏ, ਤੇ ਹੋ ਸਕਦਾ ਹੈ ਕਿ ਅਸੀਂ ਇਹ ਸਮਝ ਜਾਈਏ ਕਿ ਸਤਿਗੁਰੂ ਮਹਾਰਾਜ ਨੇ ਸਾਡੇ 'ਤੇ ਕਿਰਪਾ ਕਿੰਨੀ ਕੀਤੀ, ਸਾਨੂੰ ਨਰਕ 'ਚੋਂ, ਕੋੜ ਦੇ ਵਿੱਚੋਂ ਕੱਢ ਕੇ ਸਾਡਾ ਕਿੰਨਾ ਉੱਚਾ ਜੀਵਨ ਮਹਾਰਾਜ ਲੈ ਕੇ ਗਏ। ਮਹਾਰਾਜ ਜੀ ਦੇ ਬਚਨ ਸਨ, ਜਿਨ ਤਨਜਾ ਅਰਪਨ ਕੀਨੰ, ਜਿਹਨੇ ਆਪਣੀ ਤਨਜਾ ਦੇ ਅਰਥ ਹੁੰਦੇ ਨੇ ਆਪਣੀ ਸਪੁੱਤਰੀ, ਜਿਹਨੇ ਆਪਣੀ ਸਪੁੱਤਰੀ ਭੇਟ ਕਰ ਦਿੱਤੀ, ਆਪਣੀ ਸਪੁੱਤਰੀ ਕਿਸੇ ਦੂਸਰੇ ਦੇ ਲੜ ਲਾ ਦਿੱਤੀ, ਕਿ ਕਿਆ ਪਾਛੇ ਤਿੰਨ ਰੱਖ ਲੀਨੰ, ਕਿ ਦੱਸੋ ਫਿਰ ਉਹਨੇ ਆਪਣੇ ਕੋਲ ਕੀ ਰੱਖ ਲਿਆ। ਜਿਹਨੇ ਆਪਣੇ ਜਿਗਰ ਦਾ ਟੁਕੜਾ, ਆਪਣੇ ਘਰ ਦੇ ਵਿੱਚ ਲਾਡਾਂ ਦੇ ਨਾਲ ਪਾਲੀ ਹੋਈ ਧੀ ਨੂੰ ਕਿਸੇ ਦੂਸਰੇ ਦੇ ਨਾਲ ਤੋਰਿਆ, ਤੇ ਦੱਸੋ ਮਹਾਰਾਜ ਕਹਿੰਦੇ ਨੇ ਕਿ ਉਹਨੇ ਪਿੱਛੇ ਕੀ ਰੱਖ ਲਿਆ। ਸਤਿਗੁਰੂ ਮਹਾਰਾਜ ਨੇ ਭਾਈ ਲਾਲ ਚੰਦ ਨੂੰ ਕਿਹਾ ਕਿ ਭਾਈ ਲਾਲ ਚੰਦ, ਤੂੰ ਆਪਣੇ ਜਿਗਰ ਦਾ ਟੁਕੜਾ ਸਾਡੇ ਸਪੁੱਤਰ ਦੇ ਨਾਲ ਉਹਨੂੰ ਵਿਆਹਿਆ, ਤੇ ਦੱਸ ਇਸ ਤੋਂ ਬਗੈਰ ਹੋਰ ਕਿਹੜੀ ਵੱਡੀ ਵਸਤੂ ਸੀ ਜਿਹੜੀ ਤੂੰ ਸਾਨੂੰ ਦੇ ਸਕਦਾ ਸੀ। ਸਭ ਤੋਂ ਵੱਡੀ ਦਾਤ ਜਿਹੜੀ ਰੱਬ ਨੇ ਤੈਨੂੰ ਦਿੱਤੀ, ਤੂੰ ਆਪਣੇ ਜਿਗਰ ਦੇ ਟੁਕੜੇ ਨੂੰ ਸਾਡੇ ਨਾਲ, ਸਾਡੇ ਘਰ ਦਾ ਹਿੱਸਾ ਬਣਾ ਦਿੱਤਾ ਹੈ। ਜੇ ਅੱਜ ਅਸੀਂ ਸਮਝੀਏ ਕਿ ਜਦੋਂ ਦਾਜ ਦਹੇਜ ਦੀ ਗੱਲ ਚੱਲਦੀ ਆ, ਤੇ ਦਾਜ ਦਹੇਜ ਦੇ ਕਰਕੇ ਜਿਹਨੇ ਧੀ ਦੇ ਦਿੱਤੀ ਉਹਨੇ ਪਿੱਛੇ ਕੀ ਰੱਖਿਆ, ਪਤਾ ਨਹੀਂ ਪਰਮਾਤਮਾ ਦਾ ਕਿ ਸਾਡੇ ਲੋਕਾਂ ਨੂੰ ਕੀ ਹੋ ਗਿਆ ਕਿ ਅਸੀਂ ਕਿਸ ਪਾਸੇ ਨੂੰ ਤੁਰ ਪਏ। ਅਸੀਂ ਕੇਵਲ ਦੂਸਰੇ ਦੇ ਧਨ ਵੱਲੇ 'ਤੇ ਨਿਗਾਹ ਰੱਖਦੇ ਹਾਂ ਕਿ ਸ਼ਾਇਦ ਦੂਸਰੇ ਦਾ ਧਨ ਸਾਨੂੰ ਮਿਲੇ ਤੇ ਉਹਦੇ ਕਰਕੇ ਸਾਨੂੰ ਕੁਝ ਪ੍ਰਾਪਤੀ ਹੋ ਜਾਏ। ਪਰ ਸੱਚ ਕਰਕੇ ਜਾਣਿਓ, ਜਿਹੜਾ ਤ੍ਰਿਸ਼ਨਾਲੂ ਇਨਸਾਨ ਹੁੰਦਾ ਏ, ਉਹਦੀ ਤ੍ਰਿਸ਼ਨਾ ਦੀ ਅੱਗ ਹਮੇਸ਼ਾ ਹੀ ਅੰਦਰ ਸੜਦੀ ਰਹਿੰਦੀ ਹੈ, ਤੇ ਅੰਦਰ ਨੂੰ ਹਮੇਸ਼ਾ ਸਾੜਦੀ ਰਹੇਗੀ, ਅੱਗ ਹਮੇਸ਼ਾ ਬਲੇਗੀ। ਵਿਦਵਾਨ ਕਹਿੰਦੇ ਨੇ ਕਿ ਤ੍ਰਿਸ਼ਨਾ ਭੁੱਖ ਐਸੀ ਇੱਕ ਅੱਗ ਆ ਜਿਹਨੂੰ ਅਸੀਂ ਬਾਲਣ ਪਾ ਕੇ, ਲੱਕੜਾਂ ਪਾ ਕੇ ਬੁਝਾਉਣ ਦਾ ਯਤਨ ਕਰਦੇ, ਪਰ ਲੱਕੜਾਂ ਦੇ ਨਾਲ ਬੁਝਣੀ ਕੋਈ ਨਹੀਂ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਤ੍ਰਿਸ਼ਨਾਲੂ ਬੰਦਾ ਤਾਂ ਉਹ ਕੋਟ ਜੋੜੇ ਲੱਖ ਕਰੋੜੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁਜੀ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਸਹਿਸ ਖੱਟੇ ਲੱਖ ਕੋਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਜੇ
ਤੇਰੇ ਕਮਾਇਆਂ ਦੇ ਨਾਲ ਤੇਰੀ ਪੂਰੀ ਨਹੀਂ ਪੈਂਦੀ ਤੇ ਤੂੰ ਦਾਜ ਲਏਗਾ ਕਿਸੇ ਧੀ ਤੋਂ, ਜਿਹੜਾ ਸੀ ਕਿਸੇ ਪਰਿਵਾਰ ਤੋਂ ਤੂੰ ਪੈਸਾ ਲੈ ਕਰਕੇ ਆਪਣੀ ਭੁੱਖ ਜਿਹੜੀ ਹੈ ਉਹ ਕਦੀ ਵੀ ਸ਼ਾਂਤ ਨਹੀਂ ਕਰ ਸਕਦਾ। ਇਹ ਤਾਂ ਐਸੀ ਆਗਿਆ ਜਿਹਨੂੰ ਮਾਇਆ ਦੇ ਨਾਲ ਬੁਝਾਉਣ ਦਾ ਯਤਨ ਕਰੇਗਾ ਤੇ ਇਹਨੇ ਬੁਝਣੀ ਕੋਈ ਨਹੀਂ। ਵਿਦਵਾਨ ਨੇ ਇੱਕ ਨੇ ਜ਼ਿਕਰ ਕੀਤਾ, ਕਹਿੰਦਾ ਕਿ ਕਿਸੇ ਨੇ ਬਾਲਟੀ ਲੈ ਕਰਕੇ ਤੇ ਉਹਨੂੰ ਰੱਸੀ ਬੰਨੀ ਤੇ ਉਹਨੂੰ ਖੂਹ ਦੇ ਵਿੱਚ ਪਾਇਆ ਤੇ ਖੂਹ ਦੇ ਵਿੱਚ ਪਾਇਆ, ਬਾਲਟੀ ਡਿੱਗੀ, ਆਵਾਜ਼ ਵੀ ਆਈ ਪਾਣੀ ਦੇ ਵਿੱਚ ਬਾਲਟੀ ਡਿੱਗਣ ਦੀ। ਉਹਨੇ ਜਿਸ ਵੇਲੇ ਬਾਲਟੀ ਬਾਹਰ ਖਿੱਚੀ ਤੇ ਬਾਲਟੀ ਫਿਰ ਖਾਲੀ ਦੀ ਖਾਲੀ। ਉਹਨੇ ਦੇਖਿਆ ਬਾਲਟੀ ਨੂੰ ਕਿ ਪਾਣੀ ਦੇ ਵਿੱਚ ਸੀ ਪਰ ਬਾਲਟੀ ਵਿੱਚ ਕਿਉਂ ਨਹੀਂ ਆਇਆ। ਉਹਨੇ ਬਾਲਟੀ ਨੂੰ ਤਾਂ ਕਰਕੇ ਦੇਖਿਆ ਤੇ ਬਾਲਟੀ ਦਾ ਜਿਹੜਾ ਥੱਲਾ ਸੀ ਉਹਦੇ ਵਿੱਚ ਛੇਕ ਸੀ, ਉਹਦੇ ਵਿੱਚੋਂ ਪਾਣੀ ਵਾਪਸ ਬਾਹਰ ਡੁੱਲ ਗਿਆ। ਉਹਨੇ ਸਮਝ ਲਾ ਲਈ, ਕਹਿੰਦਾ ਬਸ ਤ੍ਰਿਸ਼ਨਾ ਦੀ ਵੀ ਭੁੱਖ ਇਵੇਂ ਆ ਜਿਵੇਂ ਬਾਲਟੀ ਦੇ ਵਿੱਚ ਛੇਕ ਥੱਲੇ ਹੋਵਣ, ਜਿੰਨਾ ਮਰਜ਼ੀ ਉੱਤੋਂ ਪਾਣੀ ਪਾਈ ਜਾਓ ਉਹਨੇ ਭਰਨਾ ਕੋਈ ਨਹੀਂ। ਭੁੱਖਾ ਇਨਸਾਨ, ਲਾਲਚੀ ਇਨਸਾਨ, ਤ੍ਰਿਸ਼ਨਾਲੂ ਇਨਸਾਨ, ਜੇਕਰ ਉਹਨੂੰ ਧਨ ਦੌਲਤ ਦੇ ਨਾਲ ਰਜ਼ਾਉਣ ਦਾ ਯਤਨ ਕਰੀਏ ਉਹ ਰੱਜਦਾ ਕਦੇ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਕਿਰਪਾ ਕੀਤੀ, ਸਾਨੂੰ ਇਹ ਸਿੱਖਿਆ ਦੇਣੀ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਿਰ ਇਸ ਚੌਥੀ ਜੰਗ ਤੋਂ ਬਾਅਦ ਵਿੱਚ ਮਹਾਰਾਜ ਨੂੰ ਸਿੱਖਾਂ ਨੇ ਵੀ ਬੇਨਤੀ ਕੀਤੀ। ਪਹਾੜੀ ਰਾਜੇ ਵੀ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ, ਕਿਉਂਕਿ ਮਹਾਰਾਜ ਨੇ 52 ਰਾਜੇ ਜਿਹੜੇ ਸੀ ਉਹ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕੀਤੇ, ਉਹਨਾਂ 'ਚ ਪਹਾੜੀ ਰਾਜੇ ਵੀ ਸਨ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਕਿਤੇ ਸਾਡੇ ਇਲਾਕੇ ਵਿੱਚ ਆਓ, ਉੱਥੇ ਨਗਰ ਵਸਾਓ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਭੇਜਦੇ ਨੇ। ਉਹਨਾਂ ਨੇ ਇਲਾਕੇ ਦੇ ਵਿੱਚ ਘੁੰਮ ਕੇ ਆਏ ਤੇ ਹੰਡੂਰ ਜਿਹੜਾ ਰਾਜੇ ਦੀ ਸੀਮਾ ਪੈਂਦੀ ਸੀ ਉਹਦੀ ਹੱਦਬੰਦੀ ਦੇ ਅੰਦਰ ਉਹਨਾਂ ਨੇ ਜਗ੍ਹਾ ਦੇਖੀ ਤੇ ਉਹਨਾਂ ਨੇ ਜਗ੍ਹਾ ਪਸੰਦ ਕਰਨ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ। ਫਿਰ ਮਹਾਰਾਜ ਜਾਂਦੇ ਨੇ, ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਹੰਡੂਰ ਦੀ ਜੂਹ ਦੇ ਅੰਦਰ ਜਿਹੜਾ ਨਗਰ ਵਸਾਇਆ ਉਹਦਾ ਨਾਮ ਰੱਖਿਆ ਕੀਰਤਪੁਰ ਸਾਹਿਬ। ਇਸੇ ਕੀਰਤਪੁਰ ਸਾਹਿਬ ਦੀ ਧਰਤੀ ਦੇ ਅੰਦਰ ਹੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਵੀ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਤਖਤ ਤੇ ਬਿਰਾਜਦੇ ਸਨ ਤੇ ਸਾਰੇ ਪੁੱਤਰਾਂ ਨੇ ਆ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਣਾ। ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਆ ਕੇ ਬੈਠਦੇ ਸੀ ਤੇ ਉਹਨਾਂ ਨੇ ਬਿਲਕੁਲ ਆ ਕੇ ਬੈਠਣਾ ਤੇ ਨੀਵੀਂ ਪਾ ਲੈਣੀ, ਅੱਖਾਂ ਨਾ ਚੁੱਕਣੀਆਂ। ਸੰਗਤ ਨੇ ਪੁੱਛਣਾ ਸਤਿਗੁਰੂ ਮਹਾਰਾਜ ਨੂੰ ਕਿ ਮਹਾਰਾਜ ਤੁਹਾਡੇ ਪੁੱਤਰ ਤੇਗ ਬਹਾਦਰ ਸੰਗਤ ਵਿੱਚ ਆ ਕੇ ਬੈਠਦੇ ਆ। ਅੱਜ ਦੇਖੋ ਇਹ ਵੀ ਬੈਠਣ ਦਾ ਇੱਕ ਮਹਾਰਾਜ ਨੇ ਜਿਵੇਂ ਉਹਨਾਂ ਦੇ ਜੀਵਨ 'ਚ ਸਲੀਕਾ ਸੀ, ਭਾਵੇਂ ਉਹਨਾਂ ਨੇ ਅੱਗੇ ਉੱਤਰ ਤੇ ਦਿੱਤਾ। ਮਹਾਰਾਜ ਨੂੰ ਪੁੱਛਿਆ, ਕਹਿਣ ਲੱਗੇ ਕਿ ਇਹ ਸੰਗਤ ਵਿੱਚ ਆ ਕੇ ਬੈਠਦੇ ਨੇ ਤੇ ਨੀਵੀਂ ਕਿਉਂ ਪਾਉਂਦੇ ਨੇ। ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਉਸੇ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਸਪੁੱਤਰ ਨੂੰ ਬੁਲਾਉਣਾ ਕੀਤਾ। ਮਹਾਰਾਜ ਨੇ ਪੁੱਛਿਆ ਕਿ ਬੇਟਾ, ਸੰਗਤ ਪੁੱਛਦੀ ਹੈ ਕਿ ਤੁਸੀਂ ਨੀਵੀਂ ਪਾ ਕੇ ਕਿਉਂ ਬੈਠਦੇ ਹੋ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ, ਜਿਹਨੂੰ ਅੰਦਰ ਦੇ ਔਗਨਾਂ ਦਾ ਪਤਾ ਹੋਵੇ ਉਹਦੇ ਸਾਹਮਣੇ ਅੱਖਾਂ ਨਹੀਂ ਚੁੱਕੀਆਂ ਜਾ ਸਕਦੀਆਂ। ਭਾਵ ਇਹ ਸੀ ਕਿ ਗੁਰੂ ਜਿਹੜਾ ਹੈ ਸਾਡੇ ਮਨ ਦੀ ਅਵਸਥਾ ਨੂੰ ਜਾਣਦਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਗੁਰੂ ਅੰਦਰ ਹਿਰਦੇ ਨੂੰ ਜਾਣਦਾ ਹੈ ਕਿ ਸਾਡੇ ਮਨ ਦੇ ਵਿੱਚ ਕੀ ਆ। ਤੇ ਗੁਰੂ ਤੇਗ ਬਹਾਦਰ ਕਹਿੰਦੇ, ਮਹਾਰਾਜ ਅਸੀਂ ਤੇ ਔਗਨਾਂ ਦੇ ਭਰੇ ਆ ਨਾ। ਮਹਾਰਾਜ ਤੁਸੀਂ ਤੇ ਸਾਡੇ ਔਗਨਾਂ ਨੂੰ ਜਾਣਦੇ ਹੋ, ਤੇ ਜਿਹੜਾ ਜਾਣਦਾ ਹੋਵੇ ਉਹਦੇ ਸਾਹਮਣੇ ਅੱਖਾਂ ਕਿਵੇਂ ਚੁੱਕ ਕੇ ਖੜੇ ਹੋ ਸਕਦੇ ਆ। ਸਤਿਗੁਰੂ ਮਹਾਰਾਜ ਨੇ ਇੱਕ ਤਾਂ ਇਹ ਦੱਸਿਆ ਕਿ ਗੁਰੂ ਜਿਹੜਾ ਹੈ ਉਹ ਮਨ ਦੀ ਜਾਣਦਾ ਹੈ। ਦੂਸਰਾ ਸਤਿਗੁਰੂ ਮਹਾਰਾਜ ਨੇ ਇਹ ਵੀ ਦੱਸ ਦਿੱਤਾ ਕਿ ਸੰਗਤ ਵਿੱਚ ਬੈਠਣਾ ਕਿਵੇਂ, ਕਿ ਅੱਜ ਅਸੀਂ ਸੰਗਤ ਵਿੱਚ ਬੈਠੀਏ ਤੇ ਇਹ ਹੀ ਦੇਖਦੇ ਹਾਂ ਕਿ ਕੌਣ ਆਇਆ ਕੌਣ ਚਲੇ ਗਿਆ, ਪਤਾ ਹੀ ਨਹੀਂ ਲੱਗਦਾ ਕਿ ਕੀਰਤਨ ਕਿਹੜੇ ਸ਼ਬਦ ਦਾ ਹੋਇਆ, ਵਿਚਾਰ ਕਿਹੜੇ ਸ਼ਬਦ ਦੀ ਹੋਈ। ਬਸ ਧਿਆਨ ਅੱਖਾਂ ਲੋਕਾਂ ਦੇ ਕੱਪੜੇ ਦੇਖਣ ਤੱਕ ਸੀਮਤ ਰਹੀਆਂ ਕਿ ਕੌਣ ਆਇਆ ਤੇ ਕੌਣ ਚਲੇ ਗਿਆ, ਕੌਣ ਕਿੱਥੇ ਬੈਠਿਆ, ਕਿਹਨੇ ਕੀ ਕੀਤਾ। ਪਰ ਚਾਹੀਦਾ ਇਹ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜਿਵੇਂ ਸੰਗਤ ਵਿੱਚ ਆ ਕੇ ਬੈਠਦੇ ਸੀ ਕਿ ਬਿਲਕੁਲ ਸੰਗਤ ਦੇ ਵਿੱਚ ਆਓ। ਜਿਤਨਾ ਸਮਾਂ ਵੀ ਸੰਗਤ ਵਿੱਚ ਬੈਠਣਾ, ਨੇਤਰ ਬੰਦ ਹੋਵਣ, ਹਿਰਦੇ ਦੇ ਅੰਦਰ ਵਾਹਿਗੁਰੂ ਵਾਹਿਗੁਰੂ ਚੱਲਦਾ ਹੋਵੇ ਤੇ ਕੰਨਾਂ ਦੇ ਨਾਲ ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਕਥਾ ਵਿਚਾਰ ਸੁਣ ਸਕੀਏ, ਤਾਂ ਸਾਡਾ ਜੀਵਨ ਅਸਲ ਦੇ ਵਿੱਚ ਸਫਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਫਿਰ ਜਿਹੜਾ ਸੀ ਇਹ ਉਪਦੇਸ਼ ਸਾਨੂੰ ਦਿੱਤਾ ਕਿ ਸੰਗਤ ਵਿੱਚ ਕਿਵੇਂ ਬੈਠਣਾ। ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਉਪਦੇਸ਼ ਦਿੱਤਾ ਸੀ। ਜਦੋਂ ਸਤਿਗੁਰੂ ਮਹਾਰਾਜ ਨੂੰ ਕਿਹਾ ਗਿਆ ਸੀ ਕਿ ਨਮਾਜ਼ ਪੜ੍ਹਨੀ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਹਾਂ ਬਿਲਕੁਲ ਨਮਾਜ਼ ਪੜ੍ਹਨ ਨੂੰ ਤਿਆਰ ਹਾਂ।
ਗੁਰੂ ਨਾਨਕ ਦੇਵ ਮਹਾਰਾਜ ਜਦੋਂ ਨਮਾਜ਼ ਪੜ੍ਹਨ ਵਾਸਤੇ ਗਏ, ਸੁਲਤਾਨਪੁਰ ਲੋਧੀ ਦੀ ਧਰਤੀ ਸੀ, ਤੇ ਮਹਾਰਾਜ ਨਮਾਜ਼ ਪੜ੍ਹਦਿਆਂ ਨੂੰ ਵੇਖ ਕੇ ਤੇ ਮੁਸਕਰਾਉਂਦੇ ਰਹੇ। ਕਾਜੀ ਨੇ, ਨਵਾਬ ਦੌਲਤ ਖਾਂ ਨੇ ਉਹਨਾਂ ਗਿਲਾ ਕੀਤਾ ਕਿ ਮਹਾਰਾਜ ਤੁਸੀਂ ਸਾਡੇ ਧਰਮ ਦੀ ਜਿਹੜੀ ਤੋਹੀਨ ਕੀਤੀ, ਨਮਾਜ਼ ਨਹੀਂ ਪੜ੍ਹੀ, ਸਗੋਂ ਸਾਡੇ ਤੇ ਹੱਸੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨਮਾਜ਼ ਤੁਸੀਂ ਵੀ ਕਿੱਥੇ ਪੜ੍ਹੀ? ਇਹ ਨਹੀਂ ਕਿ ਇਕੱਲਾ ਮੂੰਹ ਦੇ ਵਿੱਚੋਂ ਬੋਲ ਲਿਆ ਜਾਂ ਸਰੀਰਕ ਕਿਰਿਆ। ਮਹਾਰਾਜ ਕਹਿੰਦੇ ਇਹ ਤਾਂ ਊਠਕ ਬੈਠਕ ਸੀ, ਇਹ ਤਾਂ ਭਲਵਾਨ ਵੀ ਬਹੁਤੀਆਂ ਕਰ ਲੈਂਦੇ ਨੇ ਤੁਹਾਡੇ ਤੋਂ ਜ਼ਿਆਦਾ, ਤੇ ਉਹ ਊਠਕ ਬੈਠਕ ਕਰ ਲੈਂਦੇ ਨੇ, ਉਹ ਡੰਡ ਮਾਰ ਲੈਂਦੇ ਨੇ, ਉਹ ਬੈਠਕਾਂ ਮਾਰ ਲੈਂਦੇ ਨੇ। ਨਮਾਜ਼ ਤਾਂ ਹੁੰਦੀ ਜੇ ਮਨ ਵੀ ਉਸ ਨਮਾਜ਼ ਨੂੰ ਸੁਣਦਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਨੇ ਉਸ ਵੇਲੇ ਕਿਹਾ ਸੀ ਕਿ ਮਹਾਰਾਜ ਕਹਿੰਦੇ ਨੇ ਕਿ ਕਾਜੀ ਤੇਰਾ ਧਿਆਨ ਘਰ ਦੇ ਵਿੱਚ ਸੀ ਕਿ ਘੋੜੀ ਜਿਹੜੀ ਸੂਈ ਹੈ ਉਹਦੀ ਵਛੇਰੀ ਕਿਤੇ ਖੂਹ ਦੇ ਵਿੱਚ ਨਾ ਡਿੱਗ ਪਵੇ। ਨਵਾਬ ਦੌਲਤ ਖਾਂ ਤੇਰਾ ਮਨ ਜਿਹੜਾ ਸੀ ਉਹ ਕਾਬਲ ਕੰਧਾਰ ਤੋਂ ਉਹ ਘੋੜਿਆਂ ਦੀ ਖਰੀਦ ਕਰਦਾ ਪਿਆ ਸੀ, ਫਿਰ ਅਸੀਂ ਨਮਾਜ਼ ਕਿਹਦੇ ਨਾਲ ਪੜ੍ਹਦੇ? ਮਨ ਕਰਕੇ ਤਾਂ ਤੁਸੀਂ ਦੋਨੋਂ ਹੀ ਇੱਥੇ ਨਹੀਂ ਸੀ। ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਨੇ ਵੀ ਇਹ ਸਮਝਾਇਆ ਕਿ ਸੰਗਤ ਵਿੱਚ ਬੈਠੋ, ਕਿ ਅੰਦਰੋਂ ਸੁਰਤ ਕਰਕੇ ਗੁਰੂ ਦੇ ਨਾਲ ਜੁੜ ਜਾਓ, ਬਾਹਰਲੇ ਸੰਸਾਰ ਨੂੰ ਦੇਖਣਾ ਬੰਦ ਕਰੋ, ਨੇਤਰ ਬੰਦ ਕਰਕੇ ਗੁਰੂ ਨਾਲ ਟਿਕ ਕਰਕੇ ਬੈਠੋ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਹਯਾਤੀ ਦੇ ਅੰਦਰ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਗੁਰੂ ਹਰਿ ਰਾਇ ਸਾਹਿਬ ਮਹਾਰਾਜ ਆਪਣੇ ਪੋਤਰੇ ਨੂੰ ਜਿਹੜਾ ਸੀ ਉਹ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਜਿਸ ਵੇਲੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ, ਉਸ ਵੇਲੇ ਮਾਤਾ ਨਾਨਕੀ ਜੀ ਨੇ ਗੁਰਤਾ ਗੱਦੀ ਜਿਸ ਵੇਲੇ ਬਖਸ਼ਿਸ਼ ਹੋਈ, ਪੰਜੇ ਸਪੁੱਤਰਾਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰਨਾ ਕੀਤੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵੀ ਸੀਸ ਝੁਕਾਇਆ। ਮਾਤਾ ਨਾਨਕੀ ਜੀ ਨੇ ਸ਼ਾਮ ਦੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪ੍ਰਸ਼ਾਦਾ ਛਕਾਇਆ ਤੇ ਬੇਨਤੀ ਕੀਤੀ। ਪ੍ਰਸ਼ਾਦਾ ਛਕਾਉਣ ਤੋਂ ਬਾਅਦ ਮਹਾਰਾਜ ਆਪ ਤੇ ਕਹਿੰਦੇ ਸੀ ਕਿ ਸਾਡੇ ਘਰ ਦੇ ਵਿੱਚ ਜਿਹੜਾ ਪੁੱਤਰ ਜਨਮਿਆ ਇਹਨੇ ਗੁਰਤਾ ਗੱਦੀ ਤੱਕ ਪਹੁੰਚਣਾ, ਇਹਨੂੰ ਗੁਰਤਾ ਆਉਣੀ ਹੈ, ਪਰ ਅੱਜ ਤੁਸੀਂ ਪੋਤਰੇ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮੇਰਾ ਪੁੱਤਰ ਜਿਹੜਾ ਹੈ ਉਹ ਸੰਗਤ ਵਿੱਚ ਵੀ ਬੈਠਦਾ ਹੈ ਤੇ ਨੀਵੀਂ ਪਾ ਕੇ ਬੈਠਦਾ ਹੈ, ਉਹ ਮਸੰਦਾਂ ਦੇ ਨਾਲ ਮੇਲ ਜੋਲ ਨਹੀਂ ਰੱਖਦਾ। ਕਿਉਂਕਿ ਕਈ ਵਾਰੀ ਇਤਿਹਾਸ ਦੇ ਵਿੱਚ ਐਸੇ ਬਚਨ ਨੇ ਕਿ ਜਿਹੜੇ ਗੁਰੂ ਕੀ ਸੰਤਾਨ ਸਨ ਉਹ ਮਸੰਦਾਂ ਨਾਲ ਆਪਣੇ ਆਪ ਹੀ ਮੇਲ ਜੋਲ ਬਣਾ ਕੇ ਰੱਖਦੇ ਸੀ। ਮਸੰਦਾਂ ਤੋਂ, ਸੰਗਤ ਤੋਂ ਭੇਟਾ ਵੀ ਲੈ ਲੈਣੀਆਂ, ਆਪਣੇ ਮੁਤਾਬਕ ਉਹਨੂੰ ਖਰਚ ਵੀ ਲੈਣਾ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਮੇਰਾ ਪੁੱਤਰ ਨਾ ਤੇ ਸੰਗਤ ਨਾਲ ਬਹੁਤਾ ਮੇਲ ਜੋਲ ਨੀਵੀਂ ਪਾ ਕੇ ਬੈਠਦਾ ਹੈ ਤੇ ਨਾ ਮਸੰਦਾਂ ਦੇ ਨਾਲ ਕੋਈ ਸੰਬੰਧ। ਮਹਾਰਾਜ ਗੁਰਤਾ ਤੁਸੀਂ ਪੋਤਰੇ ਨੂੰ ਦਿੱਤੀ, ਮੇਰੇ ਪੁੱਤਰ ਤੇ ਕਦੋਂ ਬਖਸ਼ਿਸ਼ ਹੋਵੇਗੀ? ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਵੇਲੇ ਕਿਹਾ, ਨਾਨਕੀ ਆਪਣੀ ਝੋਲੀ ਕਰ। ਮਾਤਾ ਨਾਨਕੀ ਜੀ ਨੇ ਆਪਣੀ ਝੋਲੀ, ਆਪਣਾ ਚੁੰਨੀ ਦਾ ਪੱਲਾ ਫੈਲਾਇਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਰੁਮਾਲ ਜਿਹੜਾ ਸੀ ਉਹ ਜਿਹਦੇ ਨਾਲ ਮਹਾਰਾਜ ਹੱਥ ਪੂੰਝਣਾ, ਉਹ ਰੁਮਾਲ ਮਾਤਾ ਨਾਨਕੀ ਦੀ ਝੋਲੀ ਵਿੱਚ ਪਾਇਆ। ਇੱਕ ਗੁਰਬਾਣੀ ਦੀ ਪੋਥੀ ਜਿਹੜੀ ਸੀ ਉਹ ਝੋਲੀ ਦੇ ਵਿੱਚ ਪਾਈ। ਇੱਕ ਸਤਿਗੁਰੂ ਮਹਾਰਾਜ ਨੇ ਆਪਣੇ ਕਮਰ ਕੱਸੇ ਦੀ ਕਟਾਰ ਜਿਹੜੀ ਸੀ ਉਹ ਮਾਤਾ ਨਾਨਕੀ ਦੀ ਝੋਲੀ ਵਿੱਚ ਪਾ ਕੇ ਹੁਕਮ ਕੀਤਾ ਸੀ। ਕਹਿਣ ਲੱਗੇ, ਦੇਖ ਨਾਨਕੀ, ਤੇਰੇ ਘਰ ਦੇ ਵਿੱਚ ਗੁਰੂ ਨਾਨਕ ਦੀ ਬਖਸ਼ਿਸ਼ ਹੋਣੀ ਹੈ, ਪਰ ਹੋਏਗੀ ਸਮੇਂ ਦੇ ਨਾਲ। ਇਹ ਜਿਹੜਾ ਰੁਮਾਲ ਹੈ ਇਹ ਮੇਰੇ ਪੁੱਤਰ ਤੇਗ ਬਹਾਦਰ ਨੂੰ ਦੇਣਾ, ਉਹਨੇ ਜੋ ਸੰਸਾਰ ਤੇ ਕਰਨਾ ਉਹਦਾ ਸਾਨੀ ਕੋਈ ਨਹੀਂ ਹੋਵੇਗਾ। ਇਹ ਬਾਣੀ ਦੀ ਪੋਥੀ ਮੇਰੀ ਨੂੰਹ ਗੁਜਰੀ ਨੂੰ ਦੇਣਾ, ਉਹਨੂੰ ਕਹਿਣਾ ਬਾਣੀ ਦਾ ਅਭਿਆਸ ਕਰਨਾ। ਤੇਰੇ ਘਰ ਦੇ ਵਿੱਚ ਜੋਧਾ ਬਲੀ ਪੁੱਤਰ ਨੇ ਪ੍ਰਗਟ ਹੋਣਾ ਹੈ। ਤੇ ਤੀਸਰੀ ਜਿਹੜੀ ਸੀ ਕਟਾਰ, ਸਤਿਗੁਰੂ ਮਹਾਰਾਜ ਨੇ ਕਿਹਾ ਇਹ ਕਟਾਰ ਮੇਰੇ ਪੁੱਤ ਨੂੰ ਦੇਣਾ, ਉਹਨੇ ਵੀ ਗੁਰਤਾ ਤੇ ਬਿਰਾਜਮਾਨ ਹੋਣਾ ਹੈ, ਉਹਦੇ ਵਰਗਾ ਬਲੀ ਤੇ ਜੋਧਾ ਸੰਸਾਰ ਦੇ ਵਿੱਚ ਕੋਈ ਨਹੀਂ ਹੋਵੇਗਾ। ਸਤਿਗੁਰੂ ਮਹਾਰਾਜ ਨੇ ਦੇਖੋ, ਇੱਕ ਤਾਂ ਬਾਣੀ ਦੀ ਪੋਥੀ ਦਿੱਤੀ, ਇਹ ਬਾਣੀ ਪੀਰੀ ਹੈ, ਤੇ ਦੂਸਰਾ ਸਤਿਗੁਰੂ ਮਹਾਰਾਜ ਨੇ ਕਟਾਰ ਦਿੱਤੀ, ਇਹ ਕਟਾਰ ਮੀਰੀ ਹੈ। ਭਾਵ ਕਿ ਮੀਰੀ ਤੇ ਪੀਰੀ ਦੋਨੋਂ ਦਾ ਸੁਮੇਲ ਮਾਤਾ ਨਾਨਕੀ ਦੀ ਝੋਲੀ 'ਚ ਪਾ ਦਿੱਤਾ। ਤੇ ਉਹ ਜਿਹੜਾ ਰੁਮਾਲ ਝੋਲੀ ਦੇ ਵਿੱਚ ਪਾਇਆ, ਉਹੀ ਰੁਮਾਲ ਸੀ ਜਿਹਨੂੰ ਵਿਦਵਾਨ ਕਹਿੰਦੇ ਨੇ ਕਿ ਗੁਰੂ ਹਰਗੋਬਿੰਦ ਦਾ ਦਿੱਤਾ ਰੁਮਾਲ ਤੇਗ ਬਹਾਦਰ ਚਾਦਰ ਬਣ ਗਿਆ ਤੇ ਜਿਹਨੇ ਸਾਰੀ ਸ੍ਰਿਸ਼ਟ ਨੂੰ ਉਹਨੇ ਢੱਕ ਲਿਆ। ਸਤਿਗੁਰੂ ਮਹਾਰਾਜ ਬਖਸ਼ਿਸ਼ ਰਹਿਮਤ ਕਰਨ ਕਿ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਸਿੱਖਿਆ ਪ੍ਰਾਪਤ ਕਰ ਸਕੀਏ। ਜੋ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਪੂਰਨੇ ਪਾ ਕੇ ਸਾਨੂੰ ਦਿੱਤੇ ਹਨ, ਉਹਨਾਂ ਪੂਰਨਿਆਂ ਦੇ ਉੱਤੇ ਚੱਲ ਸਕੀਏ ਤਾਂ ਕਿ ਸਾਡਾ ਜੀਵਨ ਸਫਲਾ ਹੋ ਸਕੇ। ਇਸੇ ਤਰ੍ਹਾਂ ਇਤਿਹਾਸ ਦੀ ਲੜੀ ਨੂੰ ਆਪਾਂ ਅੱਗੇ ਤੋਰਾਂਗੇ। ਇੱਥੋਂ ਤੱਕ ਰਹੀ ਬੇਨਤੀਆਂ ਪ੍ਰਵਾਨ ਕਰਨੀਆਂ।
ਆਪ ਜੀ ਨੇ ਵੱਧ ਚੜ ਕੇ ਇਸ ਸਮਾਗਮਾਂ ਦਾ ਲਾਹਾ ਪ੍ਰਾਪਤ ਕਰਨਾ, ਕਿਉਂਕਿ ਸ਼ਤਾਬਦੀਆਂ ਜਿਹੜੀਆਂ ਨੇ ਮਨਾਈਆਂ ਤਾਂ ਸਫਲ ਨੇ ਜੇ ਅਸੀਂ ਉਹਨਾਂ ਦੇ ਵਿੱਚੋਂ ਕੁਝ ਸਿੱਖ ਸਕੀਏ, ਜੇ ਉਹਨਾਂ ਦੇ ਵਿੱਚੋਂ ਸਾਨੂੰ ਕੁਝ ਪ੍ਰਾਪਤੀ ਹੋ ਸਕੇ। ਤੇ ਜੇਕਰ ਇਕੱਲਾ ਅਸੀਂ ਖਾਣ ਪੀਣ ਤੱਕ, ਲੰਗਰਾਂ ਤੱਕ ਸੀਮਤ ਰਵਾਂਗੇ, ਉਪਦੇਸ਼ ਨੂੰ ਨਾ ਗ੍ਰਹਿਣ ਕਰਾਂਗੇ, ਕਿਉਂਕਿ ਲੰਗਰ ਜਿਹੜਾ ਭੋਜਨ ਜਿਹੜਾ ਹੈ ਉਹ ਸਰੀਰ ਦੀਆਂ ਲੋੜਾਂ ਨੇ, ਤੇ ਸਰੀਰ ਦੀਆਂ ਲੋੜਾਂ ਵੀ ਜ਼ਰੂਰੀ ਨੇ, ਕਿਉਂਕਿ ਮਹਾਰਾਜ ਨੇ ਅੰਨ ਛੱਡਣ ਨੂੰ ਪਖੰਡ ਦੀ ਗੱਲ ਕੀਤੀ ਕਿ ਜਿਹੜਾ ਅੰਨ ਛੱਡ ਦਿੱਤਾ, ਮਹਾਰਾਜ ਕਹਿੰਦੇ ਪਖੰਡ ਕਰਦਾ ਪਿਆ ਹੈ। ਪਰ ਮਹਾਰਾਜ ਕਹਿੰਦੇ ਨੇ ਨਹੀਂ, ਕੱਲਾ ਅੰਨ ਤੱਕ ਸੀਮਤ ਨਹੀਂ ਰਹਿਣਾ, ਮਨ ਤੱਕ ਵੀ ਸੀਮਤ ਹੋਣਾ ਹੈ, ਮਨ ਤੱਕ ਵੀ ਉਪਦੇਸ਼ ਨੂੰ ਲੈ ਕੇ ਜਾਣਾ। ਗੁਰੂ ਕਿਰਪਾ ਕਰੇ ਕਿ ਮਨ ਤੇ ਤਨ ਦੀ ਦੋਨੋਂ ਹੀ ਖੁਰਾਕ ਚਾਹੀਦੀ ਹੈ, ਤੇ ਗੁਰੂ ਦੀ ਕਿਰਪਾ ਦੇ ਨਾਲ ਇਹ ਦੋਨੋਂ ਖੁਰਾਕ ਸਾਨੂੰ ਮਿਲਦੀ ਪਈ ਹੈ। ਮਹਾਰਾਜ ਕਿਰਪਾ ਕਰਨ ਕਿ ਜੀਵਨ ਸਫਲਾ ਹੋਵੇ। ਆਖਾਂ ਜੀਵਾਂ ਵਿਸਰੇ ਮਰ ਜਾਓ, ਅਰਦਾਸ ਕਰਿਆ ਕਰੋ ਗੁਰੂ ਚਰਨਾਂ ਅੰਦਰ ਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ